अस्सलाम वालेकुम वरहमतुल्लाह। आपदियां दी बड़ी गल हुंदी है जेड़े अपने भैन भरा या कज़न हुंदे ने, चाचे दे पुत्तर, बाबे दे पुत्तर, फुप्पी दे पुत्तर, ये सारे भाई हुंदे ने आपस दे विच। इन्हां दा खून जिहड़ा है इक हुंदा है। इन्हां नूं जदों कोई तकलीफ आंदी किसी एक साथी नूं ते सारे उत्थे इकट्ठे हो जांदे। अल्लाह ना करे किते रोड एक्सीडेंट हो जांदा है, तुसीं डिग पैंदे जे। तुहाडे कोल सारिਆਂ ਤੋਂ ਪਹਿਲੋਂ ਉਹ ਕਜ਼ਨ ਆਮਣਦੇ ਜਿਹੜੇ ਤੁਹਾਡੇ ਨਾਲ ਬੋਲਦੇ ਵੀ ਨਹੀਂ। ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਸਾਡਾ ਭਾਈ ਕਿਤੇ ਸੜਕ ਤੇ ਡਿੱਗ ਪਿਆ ਹੈ, ਉਹਨੂੰ ਕੋਈ ਪਰੇਸ਼ਾਨੀ ਬਣ ਗਈ ਹੈ, ਉਹਨੂੰ ਚੋਟ ਲੱਗ ਗਈ, ਫੌਰਨ ਉਹ ਉੱਥੇ ਪਹੁੰਚ ਜਾਂਦੇ। ਤੁਹਾਨੂੰ ਹਸਪਤਾਲ ਲਿਜਾਣ ਵਾਲੇ ਉਹ ਤੁਹਾਡੇ ਕਜ਼ਨ ਹੋਣਦੇ ਜਿਹੜੇ ਤੁਹਾਡੇ ਖਾਸੋ ਖਾਸ ਤੁਹਾਡੇ ਨਾਲ ਲੜੇ ਵੀ ਹੋਣਦੇ। ਕਦੀ ਉਹ ਬੋਲਦੇ ਵੀ ਤੁਹਾਡੇ ਨਾਲ ਨਹੀਂ ਆਉਂਦੇ, ਲੇਕਿਨ ਫਿਰ ਵੀ ਉਹ ਤੁਹਾਡੇ ਸਿਰ ਤੇ ਇੰਜ ਖਲੇ ਹੋਣਦੇ ਜਿਵੇਂ ਦਰਖਤ ਇੱਕ ਸਾਇਆ ਕਰਦਾ ਹੈ ਪਿਆ। ਕੋਸ਼ਿਸ਼ ਕਰੋ ਜਿਹੜੇ ਤੁਹਾਡੇ ਆਪਣੇ ਕਜ਼ਨ ਨੇ, ਆਪਣੇ ਕਰੀਬੀ ਰਿਸ਼ਤੇਦਾਰ ਨੇ, ਉਹਨਾਂ ਦੇ ਨਾਲ ਲੜਾਈਆਂ ਝਗੜੇ ਖਤਮ ਕਰਦੇ ਨੇ। ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਇਗਨੋਰ ਕਰਦੇ ਨੇ। ਉਹਨਾਂ ਨੂੰ ਆਪਣੇ ਪੱਲੇ ਬੰਨ੍ਹ ਕੇ ਤੇ ਆਪਣੇ ਦਿਮਾਗ ਦੇ ਵਿੱਚ ਉਹਨਾਂ ਨੂੰ ਇੰਨੀ ਜਗ੍ਹਾ ਨਹੀਂ ਦੇ ਦੇਣੀ ਵੀ ਤੁਹਾਡੇ ਰਾਤ ਸੌਣ ਤੋਂ ਲੈ ਕੇ ਸਵੇਰ ਉੱਠਣ ਤੱਕ ਹਰ ਵਕਤ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਜਿਹੜੀ ਸਵਾਰ ਹੀ ਰਹੇ। ਜਿਹੜੇ ਇਹ ਤੁਹਾਡੇ ਭਾਈ ਹੁੰਦੇ ਨੇ, ਹਕੀਕੀ ਭਾਈ, ਜਾਂ ਇਹ ਤੁਹਾਡੇ ਚੱਚਾਜ਼ਾਦ ਭਾਈ ਜਾਂ ਕਜ਼ਨ ਜਿਹੜੇ ਨੇ, ਇਹ ਤੁਹਾਡੇ ਨਾਲ ਲੜ ਵੀ ਪਵਣ ਤੇ ਇਹਨਾਂ ਦੇ ਦਿਲ ਦੇ ਵਿੱਚ ਇੰਨੀ ਨਫ਼ਰਤ ਨਹੀਂ ਹੁੰਦੀ ਵੀ ਜਿਹੜਾ ਤੁਹਾਨੂੰ ਜਾਨੋਂ ਹੀ ਮਾਰਦੇ ਆ। ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਹੈ, ਤੁਹਾਨੂੰ ਚਾਹੀਦਾ ਹੈ ਆਪ ਜਾ ਕੇ ਤੇ ਉਹਨਾਂ ਨਾਲ ਸੁਲ੍ਹਾ ਦੀ ਕੋਸ਼ਿਸ਼ ਕਰਨੀ ਹੈ। ਇਸ ਤਰ੍ਹਾਂ ਹੀ ਦੋ ਭਾਈ ਸਨ ਤੇ ਦੋਵੇਂ ਜਿਹੜੇ ਨੇ ਸਕੂਲੇ ਬਹਿ ਗਏ ਤੇ ਪੜ੍ਹਦੇ ਰਹੇ। ਇੱਕ ਭਾਈ ਸੀ ਜਿਹੜਾ ਉਹ ਥੋੜੀ ਜਿਹੀ ਤਾਲੀਮ ਹਾਸਲ ਕਰਕੇ ਤੇ ਉੱਠ ਬੈਠਾ, ਤੇ ਦੂਸਰਾ ਜਿਹੜਾ ਸੀ ਉਹਨੇ ਵਾਹਵਾ ਤਾਲੀਮ ਹਾਸਲ ਕਰ ਲਈ। ਇੱਕ ਦਿਨ ਦੋਨੋਂ ਜਿਹੜੇ ਨੇ ਆਪਣੇ ਡੇਰੇ ਤੇ ਬੈਠੇ ਨੇ। ਜਿਹੜਾ ਭਾਈ ਡੇਰੇਦਾਰ ਸੀ, ਜਿਹੜਾ ਥੋੜੀ ਤਾਲੀਮ ਵਾਲਾ ਸੀ, ਉਹਨੇ ਦੂਸਰੇ ਭਾਈ ਨੂੰ ਕਿਹਾ ਵੀ ਇੱਥੇ ਆਪਣੀ ਬੜੀ ਗੱਲ ਹੈ, ਬੜੇ ਲੋਕ ਜਿਹੜੇ ਨੇ ਉਹ ਮੈਨੂੰ ਸਲਾਮ ਕਰਦੇ ਨੇ ਜਦੋਂ ਮੈਂ ਬਾਹਰ ਜਾਣਾ, ਤੇ ਸਾਰੇ ਲੋਕ ਜਿਹੜੇ ਮੈਨੂੰ ਉੱਠ ਉੱਠ ਕੇ ਸਲਾਮਾਂ ਕਰਦੇ ਨੇ। ਮੇਰੀ ਬੜੀ ਗੱਲ ਹੈ। ਛੋਟੇ ਭਾਈ ਨੇ ਕਿਹਾ, ਭਾਈ ਜਾਨ, ਇਹ ਜਿਹੜੇ ਸਾਰੇ ਭਾਈ ਹੁੰਦੇ ਨੇ, ਜਿਹੜੇ ਦੋਸਤ ਹੁੰਦੇ ਨੇ, ਇਹਨਾਂ ਦੇ ਵਿੱਚੋਂ ਕੁਝ ਦੋਸਤ ਹੁੰਦੇ ਨੇ ਚਾਹ ਤਾਈਂ, ਕੁਝ ਦੋਸਤ ਹੁੰਦੇ ਨੇ ਰੋਟੀ ਤਾਈਂ, ਤੇ ਕੁਝ ਦੋਸਤ ਹੁੰਦੇ ਨੇ ਉਹ ਇਕੱਲੇ ਸਲਾਮ ਤੱਕ ਹੀ ਹੁੰਦੇ ਨੇ। ਤੇ ਬੰਦੇ ਦੇ ਨਾਲ ਟੁਰਨ ਵਾਲਾ ਜਿਹੜਾ ਹੁੰਦਾ ਹੈ, ਬੰਦੇ ਦਾ ਆਪਣਾ ਸਾਥੀ, ਆਪਣਾ ਕਜ਼ਨ ਜਾਂ ਤੁਹਾਡਾ ਆਪਣਾ ਖੂਨੀ ਰਿਸ਼ਤੇਦਾਰ ਹੁੰਦਾ ਹੈ ਜਿਹੜਾ, ਉਹ ਤੁਹਾਡੇ ਨਾਲ ਟੁਰਦਾ ਹੈ। ਉਹਨੇ ਕਿਹਾ, ਨਹੀਂ ਤੈਨੂੰ ਪਤਾ ਹੀ ਨਹੀਂਗਾ, ਤੂੰ ਬਾਹਰ ਪੜ੍ਹਦਾ ਪੁੜਦਾ ਰਿਹਾ, ਤੈਨੂੰ ਕੀ ਪਤਾ ਹੈ ਡੇਰਾ ਡੰਡਾ ਕਿਵੇਂ ਚਲਾਈਦਾ। ਉਹਨੇ ਕਿਹਾ, ਨਹੀਂ ਭਾਈ ਜਾਨ, ਇਹ ਜਿੰਨੇ ਤੁਸੀਂ ਲੋਕ ਦੱਸਦੇ ਜੇ ਨਾ ਪੈ, ਇਹ ਤੁਹਾਡੇ ਨਾਲ ਨਹੀਂ। ਉਹਨੇ ਕਿਹਾ, ਨਹੀਂ, ਮੈਂ ਇੱਥੇ ਬਾਹਰ ਨਿਕਲਣਾ, ਤੂੰ ਮੇਰੇ ਨਾਲ ਆ ਤੇ ਵੇਖੀ ਕਿੰਨੇ ਲੋਕ ਮੈਨੂੰ ਉੱਠ ਉੱਠ ਕੇ ਸਲਾਮ ਕਰਨ ਦੇ, ਕਿੰਨੇ ਲੋਕ ਮੈਨੂੰ ਚਾਹ ਦੀਆਂ ਦਾਵਤਾਂ ਦੇਣ ਦੇ, ਕਿੰਨੇ ਮੈਨੂੰ ਬੋਤਲ ਤੇ ਖਾਣੇ ਦੀ ਪੇਸ਼ਕਸ਼ ਕਰਨ। ਉਹਨੇ ਕਿਹਾ, ਕੁਛ ਅਸਲ ਹੁੰਦੇ ਨੇ ਤੇ ਕੁਛ ਜਿਹੜੇ ਨੇ ਉਹ ਫਿਤਰੀ ਹੁੰਦੇ ਨੇ, ਕੁਦਰਤੀ ਜਿਹੜੇ ਹੁੰਦੇ ਨੇ, ਉਹ ਹਕੀਕਤ ਦੇ ਨਾਲ ਉਹਨਾਂ ਦਾ ਤਲਕ ਨਹੀਂ ਹੁੰਦਾ। ਉਹਨੇ ਕਿਹਾ, ਨਹੀਂ ਤਜਰਬਾ ਕਰ ਲੈ। ਜਿਹੜਾ ਉਹ ਡੇਰੇ ਵਾਲਾ ਭਾਈ ਸੀ, ਉਹਨੇ ਕਿਹਾ ਵੀ ਕਰ ਲੈ ਤਜਰਬਾ। ਛੋਟੇ ਭਾਈ ਨੇ ਕਿਹਾ, ਭਾਈ ਜਾਨ ਤੁਸੀਂ ਕਰੋ ਦਾਵਤ, ਜਿੰਨੇ ਵੀ ਤੁਹਾਡੇ ਦੋਸਤ ਨੇ, ਜਿਨ੍ਹਾਂ ਤੇ ਤੁਹਾਨੂੰ ਬੜਾ ਮਾਣ ਹੈ, ਉਹਨਾਂ ਸਾਰਿਆਂ ਨੂੰ ਆਪਾਂ ਇੱਥੇ ਬੁਲਾਣੇ ਆ, ਤੇ ਮੈਂ ਤੁਹਾਨੂੰ ਨਿਸ਼ਾਨਦੇਹੀ ਕਰਕੇ ਦੱਸਾਂਗਾ ਵੀ ਇਹ ਦੋਸਤ ਜਿਹੜਾ ਤੁਹਾਡਾ ਹਕੀਕੀ ਦੋਸਤ ਹੈ, ਤੇ ਦੂਸਰੇ ਜਿਹੜੇ ਨੇ ਉਹ ਤੁਹਾਨੂੰ ਮੈਂ ਦੱਸ ਦਿਆਂਗਾ ਵੀ ਇਹ ਮਤਲਬ ਪ੍ਰਸਤ ਲੋਕ। ਉਹਨੇ ਕਿਹਾ, ਜੀ ਠੀਕ ਹੈ। ਜਿਹੜੇ ਉਹ ਵੱਡੇ ਭਾਈ ਸਨ, ਉਹਨਾਂ ਬੱਕਰਾ ਲਾਲ ਕਰ ਦਿੱਤਾ ਤੇ ਛੋਟੇ ਭਾਈ ਨੂੰ ਦੱਸਿਆ ਵੀ ਆ ਫਲਾਂ ਫਲਾਂ ਗਲੀ ਦੇ ਵਿੱਚ, ਫਲਾਂ ਫਲਾਂ ਇਲਾਕੇ 'ਚ, ਫਲਾਂ ਫਲਾਂ ਪਿੰਡ ਦੇ ਵਿੱਚ ਮੇਰੇ ਇਹ ਦੋਸਤ ਰਹਿੰਦੇ ਨੇ। ਉਹਨਾਂ ਸਾਰਿਆਂ ਨੂੰ ਇਹ ਮੈਸੇਜ ਦੇ ਕੇ ਆ ਵੀ ਵੱਡੇ ਭਾਈ ਨੇ ਤੁਹਾਨੂੰ ਅੱਜ ਖਾਣੇ ਤੇ ਬੁਲਾਇਆ। ਉਹਨੇ ਕਿਹਾ, ਠੀਕ ਹੈ ਜਨਾਬ, ਮੈਂ ਇੱਥੇ ਸਾਰਿਆਂ ਨੂੰ ਇਕੱਠੇ ਕਰਨਾ, ਤੁਸੀਂ ਰੋਟੀ ਦਾ ਜਿਹੜਾ ਪੂਰਾ ਇੰਤਜ਼ਾਮ ਕਰੋ। ਛੋਟਾ ਭਾਈ ਪਹੁੰਚ ਜਾਂਦਾ, ਸਾਰਿਆਂ ਦੇ ਕੋਲ ਜਾਂਦਾ, ਸਾਰਿਆਂ ਦੀ ਜਾ ਕੇ ਕੁੰਡੀ ਖੜਕਾਉਂਦਾ, ਉਹਨਾਂ ਨੂੰ ਜਾ ਕੇ ਦੱਸਦਾ ਵੀ ਵੱਡੇ ਭਾਈ ਨੇ ਤੁਹਾਡੀ ਦਾਵਤ ਕੀਤੀ ਹੈ, ਤੁਹਾਡਾ ਖਾਣਾ ਉੱਥੇ, ਤੇ ਉੱਥੇ ਪਹੁੰਚੋ ਇੰਨੇ ਵਜੇ।
ਸਾਰਿਆਂ ਨੇ ਮੈਸੇਜ ਸੁਣ ਲਿਆ। ਉਸ ਤੋਂ ਬਾਅਦ ਜਦੋਂ ਖਾਣਾ ਤਿਆਰ ਹੋ ਗਿਆ, ਚੰਦ ਲੋਕ ਆਏ, ਉਹਨਾਂ ਨੇ ਖਾਣਾ ਖਾਧਾ। ਵੱਡਾ ਭਾਈ ਪਰੇਸ਼ਾਨ ਬੜਾ ਵੀ ਮੇਰੇ ਇੰਨੇ ਦੋਸਤ ਸੀ, ਮੇਰੇ ਦੋਸਤ ਬਹਿ ਜਾਂਦੇ ਸੀ, ਮੇਰੇ ਨਾਂ ਦੇ ਨਾਅਰੇ ਲੱਗਦੇ ਹੁੰਦੇ ਸੀ, ਉਹ ਖਾਣੇ ਦੀ ਦਾਵਤ ਤੇ ਵੀ ਨਹੀਂ ਆਏ, ਉਹ ਕਿਉਂ ਨਹੀਂ ਆਏ? ਜਦੋਂ ਉਹ ਖਾਣਾ ਖਾ ਕੇ ਤੇ ਬੈਠ ਗਏ ਤੇ ਵੱਡੇ ਭਾਈ ਨੇ ਛੋਟੇ ਨੂੰ ਕਿਹਾ ਵੀ ਸਾਰਿਆਂ ਨੂੰ ਕਿਉਂ ਨਹੀਂ ਆਖ ਕੇ ਆਇਆ ਤੂੰ? ਉਹਨੇ ਕਿਹਾ ਭਾਈ ਜਾਨ, ਮੈਂ ਇੱਕ ਇੱਕ ਬੰਦੇ ਦੇ ਘਰ ਗਿਆ, ਉਹਨਾਂ ਦੀ ਮੈਂ ਕੁੰਡੀ ਖੜਕਾਈ ਏ, ਉਹਨਾਂ ਨੂੰ ਕਿਹਾ ਵੀ ਭਾਈ ਹਰੀ ਤੁਹਾਨੂੰ ਖਾਣੇ ਤੇ ਬੁਲਾ ਦੇਣੇ ਪਏ, ਲੇਕਿਨ ਆਏ ਇੰਨੇ ਕੁ ਕਿਉਂ? ਛੋਟੇ ਭਾਈ ਨੇ ਕਿਹਾ ਭਾਈ ਜਾਨ, ਜਿਹੜੇ ਤੁਹਾਡੇ ਅਸਲ ਸੀ ਨਾ, ਉਹ ਇਹ ਬੈਠੇ ਜੇ ਸਾਹਮਣੇ, ਤੇ ਜਿਹੜੇ ਚਾਹ ਤਾਈਂ ਰੋਟੀ ਤਾਈਂ ਤੇ ਕੱਲੇ ਸਲਾਮ ਤੱਕ ਸਨ, ਉਹ ਨਹੀਂ ਆਏ। ਉਹਨਾਂ ਕਿਹਾ ਵੀ ਤੂੰ ਕੀ ਸੁਣਿਆ ਦਿੱਤਾ ਸੀ ਜਾ? ਉਹਨਾਂ ਕਿਹਾ ਭਾਈ ਜਾਨ, ਮੈਂ ਇੱਕ ਇੱਕ ਬੰਦੇ ਦਾ ਜਾ ਕੇ ਦਰਵਾਜ਼ਾ ਖੜਕਾਇਆ, ਉਹਨੂੰ ਜਾ ਕੇ ਮੈਂ ਇਹ ਕਿਹਾ ਵੀ ਭਾਈ ਜਾਨ, ਵੱਡੇ ਭਾਈ ਨੇ ਤੁਹਾਡਾ ਖਾਣਾ ਪਕਾਇਆ, ਉਹਨਾਂ ਤੇ ਕੋਈ ਕਤਲ ਦਾ ਕੇਸ ਬਣ ਗਿਆ ਤੇ ਉਹਨਾਂ ਨੂੰ ਤੁਹਾਡੀ ਜ਼ਰੂਰਤ ਪੈ ਗਈ ਏ, ਕੁਛ ਪੈਸਿਆਂ ਦੀ ਵੀ ਜ਼ਰੂਰਤ ਹੈ ਤੇ ਕੁਛ ਨਾਲ ਟੁਰਨ ਦੀ ਵੀ ਜ਼ਰੂਰਤ ਹੈ। ਇਸ ਕੰਮ ਦੇ ਬਾਰੇ ਚ ਸਾਰਿਆਂ ਨੇ ਉੱਥੇ ਮਸ਼ਵਰਾ ਕਰਨਾ ਹੈ। ਤੇ ਭਾਈ ਹਰਾਂ ਨੇ ਬੱਕਰਾ ਪਕਾਇਆ ਹੈ। ਉਹ ਆਂਦੇ ਨੇ ਮੇਰੇ ਸਾਰੇ ਦੋਸਤਾਂ ਨੂੰ ਬੁਲਾ ਕੇ ਲਿਆਓ ਤੇ ਇੱਥੇ ਉਹਨਾਂ ਨਾਲ ਇਹ ਸਲਾਹ ਕਰੀਏ ਵੀ ਇਹ ਜਿਹੜਾ 302 ਦਾ ਕੇਸ ਮੇਰੇ ਤੇ ਬਣ ਗਿਆ ਹੈ, ਇਹਨੂੰ ਕਿਵੇਂ ਇਹਦੇ ਤੋਂ ਜਾਨ ਛਡਾਈ ਹੈ ਤੇ ਇਹਦੇ ਵਿੱਚ ਕੁਝ ਪੈਸਿਆਂ ਦੀ ਵੀ ਜ਼ਰੂਰਤ ਹੈ। ਉਹਨਾਂ ਕਿਹਾ ਜੀ ਠੀਕ ਹੈ। ਤੇ ਛੋਟੇ ਭਾਈ ਨੇ ਕਿਹਾ ਵੀ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਤੇ ਕੇਸ ਬਣ ਗਿਆ 302 ਦਾ, ਤੇ ਸਾਰਿਆਂ ਨੇ ਇਹ ਸੋਚਿਆ ਹੋਵੇਗਾ ਵੀ ਉੱਥੇ ਗਏ ਤੇ ਪਤਾ ਨਹੀਂ ਕੀ ਮੁਸੀਬਤ ਪੈ ਜਾਣੀ ਹੈ, ਕਿੱਥੇ ਕਿੱਥੇ ਭੱਜਣਾ ਪੈਣਾ ਹੈ, ਜਾਂ ਉਹਨਾਂ ਕਿੰਨੇ ਪੈਸੇ ਮੰਗ ਲੈਣੇ ਨੇ, ਤੇ ਉਹ ਲੋਕ ਨਹੀਂ ਆਏ। ਉਹਨਾਂ ਸਮਝਿਆ ਵੀ ਮੈਂ ਨਹੀਂ ਜਾਂਦਾ, ਉਹ ਦੂਸਰਾ ਜਾਏਗਾ, ਦੂਸਰੇ ਨੇ ਸਮਝਿਆ ਮੈਂ ਨਹੀਂ ਜਾਂਦਾ, ਉਹ ਤੀਸਰਾ ਜਾਏਗਾ। ਲੇਕਿਨ ਇਹ ਜਿਹੜੇ ਮੁੱਠੀ ਭਰ ਲੋਕ ਤੁਹਾਡੇ ਸਾਹਮਣੇ ਆਣ ਕੇ ਬੈਠੇ ਨੇ, ਇਹ ਉਹ ਲੋਕ ਨੇ ਜਿਹੜੇ ਪੈਸੇ ਵੀ ਲੈ ਕੇ ਆਏ ਨੇ, ਜਿੰਨਾ ਵਕਤ ਵੀ ਤੁਹਾਨੂੰ ਦੇ ਦੇਣਾ, ਤੇ ਜਿਹੜੇ ਆਪਣੇ ਤਨ ਮਨ ਧਨ ਦੀ ਬਾਜ਼ੀ ਵੀ ਤੁਹਾਡੇ ਨਾਲ ਲਾ ਦੇਣ, ਤੇ ਜਿਹੜੇ ਤੁਸੀਂ ਆਂਦੇ ਸਾਜੇ ਨਾ ਮੇਰੇ ਮਗਰ ਗਲੀਆਂ ਭੱਜ ਜਾਂਦੀਆਂ ਨੇ ਤੇ ਮੇਰੇ ਨਾਂ ਦੇ ਨਾਅਰੇ ਲੱਗਦੇ ਨੇ, ਉਹ ਲੋਕ ਨਹੀਂ ਆਏ। ਇਸ ਵਾਸਤੇ ਆਖਰ ਤੇ ਜਿਹੜੀ ਗੁਜ਼ਾਰਿਸ਼ ਹੈ ਇਹ ਆ ਵੀ ਤੁਸੀਂ ਆਪਣੇ ਜਿਹੜੇ ਖੂਨੀ ਰਿਸ਼ਤੇਦਾਰ ਨੇ, ਜਿਹੜੇ ਤੁਹਾਡੇ ਦੂਰ ਦੇ ਵੀ ਰਿਸ਼ਤੇਦਾਰ ਨੇ, ਜਿਨ੍ਹਾਂ ਨਾਲ ਤੁਹਾਡਾ ਮੇਲ ਮਿਲਾਪ ਹੈ, ਉਹਨਾਂ ਨੂੰ ਤੁਸੀਂ ਇਗਨੋਰ ਨਹੀਂ ਕਰਨਾ, ਉਹਨਾਂ ਨਾਲ ਲੜਾਈਆਂ ਨਹੀਂ ਪਾਉਣੀਆਂ, ਉਹਨਾਂ ਨਾਲ ਪਿਆਰ ਤੇ ਮੁਹੱਬਤ ਦਾ ਵਰਤਾਓ ਕਰਨਾ ਹੈ। ਜਦੋਂ ਕੋਈ ਮੁਸੀਬਤ ਪੈ ਜਾਏ, ਤੁਹਾਡੇ ਸਿਰ ਤੇ ਖਲੋਣ ਵਾਲੇ ਉਹ ਲੋਕ ਹੀ ਬਣਦੇ ਜਿਹੜੇ ਤੁਹਾਡੇ ਖੂਨੀ ਰਿਸ਼ਤੇਦਾਰ। अस्सलाम वालेकुम।